गुड मॉर्निंग स्टूडेंट्स। बेटा जिवें कि अपना सब्जेक्ट है लाइब्रेरी रिसोर्सेज एंड आर्ट इन एजुकेशन। आज ਆਪਾਂ ਇਸ ਇੱਕ ਟੌਪਿਕ ਇੰਪੋਰਟੈਂਸ ਆਫ ਲਾਇਬ੍ਰੇਰੀ ਦੀ ਗੱਲ ਕਰਾਂਗੇ। ਲਾਇਬ੍ਰੇਰੀ ਕੀ ਹੈ? ਤੁਹਾਨੂੰ ਕਈ ਵਾਰ ਦੱਸ ਚੁੱਕੀ ਹਾਂ। ਲਾਇਬ੍ਰੇਰੀ ਇਜ਼ ਅ ਪਲੇਸ ਵੇਅਰ ਵੀ ਕੈਨ ਕੀਪ ਬੁੱਕਸ, we can keep CDs, floppies, magazines, journals and fiction, non-fiction material। ਲਾਇਬ੍ਰੇਰੀ ਦੀ ਜਿਹੜੀ ਆਪਾਂ ਗੱਲ ਕਰੀਏ ਇਹ ਸਾਡੇ ਸਮਾਜ ਦਾ ਇੱਕ ਸ਼ੀਸ਼ਾ ਬਣ ਚੁੱਕੀ ਹੈ, ਜਿਸ ਦੇ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਕਿੰਨੀ ਕੁ ਜਿਹੜੀ ਸਾਡਾ ਸੱਭਿਆਚਾਰ ਹੈ ਪੜ੍ਹਿਆ ਲਿਖਿਆ ਹੈ ਤੇ ਕਿੰਨਾ ਕੁ ਜਿਹੜਾ ਸਾਡਾ ਸੱਭਿਆਚਾਰ ਹੈ ਇਸ ਪੜ੍ਹਾਈ ਤੋਂ ਦੂਰ ਹੈ। ਤਾਂ ਜੇ ਇਸ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਇਸ ਦੀ ਇੰਪੋਰਟੈਂਸ ਇੰਨੀ ਵੱਧ ਚੁੱਕੀ ਹੈ ਕਿ ਕਿਸੇ ਵੀ ਕਾਲਜ ਦੇ ਵਿੱਚ ਜੇ ਕਿਸੇ ਕਾਲਜ ਯੂਨੀਵਰਸਿਟੀ ਸਕੂਲ ਦੀ ਐਫੀਲੀਏਸ਼ਨ ਲੈਣੀ ਹੈ ਤਾਂ ਸਭ ਤੋਂ ਪਹਿਲਾਂ ਉਸ ਕਾਲਜ ਯੂਨੀਵਰਸਿਟੀ ਜਾਂ ਸਕੂਲ ਦੇ ਵਿੱਚ ਲਾਇਬ੍ਰੇਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਦਆਊਟ ਲਾਇਬ੍ਰੇਰੀ ਇੱਕ ਜਿਹੜਾ ਸਕੂਲ ਹੈ ਜਿਵੇਂ ਇੱਕ ਸ਼ਿਪ ਹੁੰਦਾ ਹੈ, ਸ਼ਿਪ ਵਿਦਆਊਟ ਕੈਪਟਨ ਡਾਵਾਡੋਲ ਕਰਦਾ ਹੈ, ਉਸੇ ਹੀ ਤਰੀਕੇ ਨਾਲ ਜਿਹੜਾ ਇੱਕ ਲਾਇਬ੍ਰੇਰੀ ਤੋਂ ਬਿਨਾਂ ਇੱਕ ਜਿਹੜਾ ਇੰਸਟੀਚਿਊਟ ਹੈ ਉਹ ਵੀ ਜਿਹੜਾ ਹੈ ਬਿਲਕੁਲ ਡਾਵਾਡੋਲ ਹੀ ਹੈ, ਕਿਉਂਕਿ ਉਸ ਨੂੰ ਭਵਿੱਖ ਦੇ ਵਿੱਚ ਜਾਂ ਅਤੀਤ ਦੇ ਵਿੱਚ ਜੋ ਬੀਤਿਆ ਹੈ ਉਸ ਨਾਲ ਸੰਬੰਧਿਤ ਕੋਈ ਵੀ ਮਟੀਰੀਅਲ ਦੀ ਅਵੇਲੇਬਿਲਿਟੀ ਉਸ ਇੰਸਟੀਚਿਊਟ ਦੇ ਵਿੱਚ ਨਹੀਂ ਹੈ। ਔਰ ਜੇ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਜਿਹੜਾ ਪ੍ਰੈਜ਼ੈਂਟ ਚੱਲ ਰਿਹਾ ਹੈ ਉਸ ਪ੍ਰੈਜ਼ੈਂਟ ਦੇ ਨੂੰ ਦੇਣ ਲਈ ਵੀ ਫਿਊਚਰ ਦੇ ਵਿੱਚ ਉਸਨੇ ਕਿਵੇਂ ਗਰੋ ਕਰਨਾ ਆਪਣੀ ਇਨਫੋਰਮੇਸ਼ਨ ਨੂੰ ਵਧਾ ਕੇ, ਉਹ ਵੀ ਜਿਹੜਾ ਜ਼ਰੀਆ ਹੈ, ਉਹ ਵੀ ਜਿਹੜੀ ਮੀਨ ਹੈ, ਉਹ ਵੀ ਜਿਹੜਾ ਸਾਧਨ ਹੈ ਉਹ ਲਾਇਬ੍ਰੇਰੀ ਤੋਂ ਬਿਨਾਂ ਕੁਝ ਹੋਰ ਨਹੀਂ ਹੈ। ਤਾਂ ਇਹਦੀ ਇੰਪੋਰਟੈਂਸ ਦੀ ਨਾਲ ਡੀਲ ਕਰਦੇ ਹੋਏ ਆਪਾਂ ਇਹਦੇ ਫਰਸਟ ਪੁਆਇੰਟ ਦੀ ਗੱਲ ਕਰਦੇ ਹਾਂ। फर्स्ट पॉइंट है लाइब्रेरी इज अ मीन टू एक्सपेंड एंड डिसेमिनेट इंफॉर्मेशन, क्लियर। ਜਿਹੜੀ ਇਨਫੋਰਮੇਸ਼ਨ ਦੀ ਗੱਲ ਕਰੀਏ ਲਾਇਬ੍ਰੇਰੀ ਕੀ ਹੈ ਕਿ ਇੰਨਾ ਜ਼ਿਆਦਾ ਇਨਫੋਰਮੇਸ਼ਨ ਦਾ ਫੈਲਾਅ ਹੈ, ਗਿਆਨ ਦਾ ਜਿਹੜਾ ਪ੍ਰਸਾਰਾ ਹੈ ਲਾਇਬ੍ਰੇਰੀ ਦੇ ਥਰੂ ਹੋਇਆ ਹੈ। ਕਹਿੰਦੇ ਗਿਆਨ ਲਗਾਤਾਰ ਇੰਨਾ ਜ਼ਿਆਦਾ ਵੱਧ ਰਿਹਾ ਹੈ ਕਿ ਉਸ ਨੂੰ ਕਿਸੇ ਜਗ੍ਹਾ ਤੇ ਬਾਉਂਡ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਤੇ ਉਸ ਦੀ ਸੰਭਾਲ ਕੀਤੀ ਜਾ ਸਕੇ। ਤਾਂ ਲਾਇਬ੍ਰੇਰੀ ਇੱਕ ਇਹੋ ਜਿਹਾ ਸਾਧਨ ਹੈ, ਲਾਇਬ੍ਰੇਰੀ ਜਿਹੜਾ ਹੈ ਗਿਆਨ ਨੂੰ ਸੰਭਾਲ ਕੇ ਵੀ ਰੱਖਦਾ ਹੈ ਤੇ ਇਨਫੋਰਮੇਸ਼ਨ ਨੂੰ डिसेमिनेट भी करता है, बिखेरता भी है। कोई भी जो स्टूडेंट है या रिसर्चर है जो भी है वो जड़ी है अपनी पसंदीदा जड़ी उन्होंने इंटरेस्ट के अकॉर्डिंगली या उन्हें नीड के अकॉर्डिंगली जो किताब चाहिए उन्होंने जो इन्फॉर्मेशन मटीरियल चाहिए है तो वो लाइब्रेरी तो है सब अपने हिसाब नाल ले सकता है। तो लाइब्रेरी जड़ी है, लाइब्रेरी इज इंपॉर्टेंट फॉर डिसेमिनेट ऑफ इंफॉर्मेशन एंड encourage the इनकरेज ऑफ इंफॉर्मेशन, इंफॉर्मेशन ਨੂੰ ਇਨਕਰੇਜ ਕਰਨ ਦੇ ਲਈ ਤੇ ਡਿਸੈਮੀਨੇਟ ਕਰਨ ਦੇ ਲਈ ਲਾਇਬ੍ਰੇਰੀ ਦੀ ਜਿਹੜੀ ਹੈ ਬਹੁਤ ਜ਼ਿਆਦਾ ਮਹੱਤਤਾ ਹੈ। ਸੈਕਿੰਡ, ਇਨਕਰੇਜ ਰੀਡਿੰਗ ਹੈਬਿਟ। ਜੇ ਆਪਾਂ ਰੀਡਿੰਗ ਹੈਬਿਟ ਦੀ ਗੱਲ ਕਰੀਏ ਤਾਂ ਲਾਇਬ੍ਰੇਰੀ ਦੇ ਰਾਹੀਂ ਕੀ ਹੁੰਦਾ ਹੈ ਕਿ ਕਹਿੰਦੇ ਛੋਟੇ ਹੁੰਦੇ ਤੋਂ ਹੁਣ ਆਪਾਂ ਜੇਕਰ ਆਪਾਂ ਪ੍ਰਾਈਵੇਟ ਸਕੂਲਸ ਦੀ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਨਾ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਨੇ ਕੀ ਕੀਤਾ ਹੋਇਆ, ਉਹਨਾਂ ਨੇ ਕਰਿਕੂਲਮ ਦੇ ਨਾਲ ਨਾਲ ਜਿਹੜਾ ਉਹਨਾਂ ਦਾ ਸਿਲੇਬਸ ਹੈ ਉਸ ਦੇ ਨਾਲ ਨਾਲ ਉਹਨਾਂ ਨੇ ਕੀ ਕੀਤਾ ਇੱਕ ਲਾਇਬ੍ਰੇਰੀ ਪੀਰੀਅਡ ਜ਼ਰੂਰ ਰੱਖਿਆ ਹੋਇਆ। ਉਸ ਲਾਇਬ੍ਰੇਰੀ ਪੀਰੀਅਡ ਦੀ ਕੀ ਮਹੱਤਤਾ ਹੈ ਕਿ ਬੱਚੇ ਨੂੰ ਉਸ ਲਾਇਬ੍ਰੇਰੀ ਦੇ ਵਿੱਚ ਡਿਊਰਿੰਗ ਦੈਟ ਪੀਰੀਅਡ ਇੱਕ ਜਿਹੜਾ ਬੱਚਾ ਹੈ डिसिप्लिन मैनर ਦੇ ਵਿੱਚ ਬੈਠਦਾ ਹੈ ਔਰ ਬੁੱਕ ਲੈ ਕੇ ਬੈਠਦਾ ਹੈ, ਜਿਸ ਦੇ ਨਾਲ ਉਹਦੀ ਸਿਟਿੰਗ ਕੈਪੈਸਿਟੀ ਬਣਦੀ ਹੈ, ਉਸ ਦੇ ਵਿੱਚ ਇੱਕ ਕੰਸੈਂਟਰੇਸ਼ਨ ਪਾਵਰ ਬਣਦੀ ਹੈ ਜਿਹੜੀ ਕਿ ਰੀਡਿੰਗ ਹੈਬਿਟ ਨੂੰ ਡਿਵੈਲਪ
ਵੱਡਾ ਆਪਣਾ ਰੋਲ ਨਿਭਾਉਂਦੀ ਹੈ। ਇਸ ਦੀ ਮਹੱਤਵ ਇਹ ਹੈ ਕਿ ਬੱਚੇ ਨੂੰ ਜਾਂ ਕਿਸੇ ਵੀ ਯੂਜ਼ਰ ਨੂੰ ਹੈ ਬੜਾ ਸੋਹਣਾ ਪੜ੍ਹਨ ਦਾ ਇੱਕ ਐਟਮੋਸਫੇਅਰ ਪ੍ਰੋਵਾਈਡ ਕਰਵਾਉਂਦੀ ਹੈ, ਜਿਸ ਦੇ ਨਾਲ ਕਿ ਇਹਦੀ ਹੈਬਿਟ ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਹੈ। ਵਿਦਆਊਟ ਐਨੀ ਡਿਸਟਰਬੈਂਸ ਜਿਹੜਾ ਇੱਕ ਬੱਚਾ ਹੈ ਜਾਂ ਇੱਕ ਯੂਜ਼ਰ ਹੈ ਆਪਣੀ ਜਿਹੜੀ ਹੈ ਉਹ ਸਟੱਡੀ ਉੱਥੇ ਬੈਠ ਕੇ ਕਰ ਸਕਦਾ ਹੈ। ਆਪਣੀ ਪਸੰਦੀਦਾ ਜਿਹੜਾ ਵੀ ਟੌਪਿਕ ਹੈ ਉਸਨੂੰ ਪੜ੍ਹ ਸਕਦਾ ਹੈ। ਪਸੰਦੀਦਾ ਚਾਹੇ ਉਹਦੀ ਮੈਗਜ਼ੀਨ ਹੈ, ਚਾਹੇ ਉਹ ਨਾਵਲ ਹੈ, ਚਾਹੇ ਕੋਈ प्ले है, कोई भी फिक्शन या नॉन फिक्शन मटेरियल है, ही कैन टेक एंड रीड। ठीक है जी, वो बड़े इजीली उसको लेके पढ़ सकता है। उसके नाल की होता है उसकी रीडिंग हैबिट ਜਿਹੜੀ ਹੈ ਇਨਕਰੀਜ਼ ਹੁੰਦੀ ਜਾਂਦੀ ਹੈ। ਲਾਇਬ੍ਰੇਰੀ prepare the students, ਲਾਇਬ੍ਰੇਰੀ prepare ਕਰਦੀ ਹੈ ਬੱਚਿਆਂ ਨੂੰ for competitive exam, for competitive exam। क्लियर? ਹੁਣ competitive exam ਦੇ ਵਿੱਚ ਜਿਹੜਾ ਹੈ ਜਿਹੜਾ competitive exam ਦੇ ਲਈ ਉਹ prepare ਕਰਦੀ ਹੈ ਲਾਇਬ੍ਰੇਰੀ। ਕੀ ਕਰਦੀ ਹੈ? ਕੰਪੀਟੀਸ਼ਨ ਜਿਹੜੇ ਐਗਜ਼ਾਮ ਦਿੰਦੇ ਨੇ ਬੱਚੇ, ਉਹ ਜਿਹੜੇ ਕੰਪੀਟੀਸ਼ਨਸ ਐਗਜ਼ਾਮ ਦਿੰਦੇ ਆ ਉਹਨਾਂ ਦੇ ਵਿੱਚ ਜਿਹੜਾ ਉਹਦਾ ਸਬਜੈਕਟ ਦਾ ਏਰੀਆ ਬਹੁਤ ਜ਼ਿਆਦਾ ਵਾਈਡ ਹੁੰਦਾ ਹੈ। ਉਹ ਇੱਕ ਲਾ ਲਓ ਕਿ 10th ਤੋਂ ਲੈ ਕੇ ਜਾਂ ਜੇਕਰ ਆਪਾਂ ਲਗਾਈਏ ਜਿਵੇਂ IAS ਦਾ ਐਗਜ਼ਾਮ ਲਗਾਇਆ ਜਾਵੇ ਤਾਂ ਉਹ ਇੰਨੀ ਜ਼ਿਆਦਾ ਵਾਈਡ ਨੌਲੇਜ ਨਾਲ ਇੰਨਾ ਉਹਦਾ ਸਕੋਪ ਜਿਹੜਾ ਹੈ ਉਹਦਾ ਘੇਰਾ ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਇੱਕ ਬੱਚਾ ਜਿਹੜਾ ਹੈ ਸਾਰੇ ਹੀ ਤਰ੍ਹਾਂ ਦਾ ਮੈਟੀਰੀਅਲ ਆਪਣੇ ਕੋਲ ਇਕੱਠਾ ਨਹੀਂ ਕਰ ਸਕਦਾ। ਸਾਰੇ ਹੀ ਤਰ੍ਹਾਂ ਦੇ ਮੈਟੀਰੀਅਲ ਨੂੰ ਉਹਦੀ ਇੰਨੀ ਜ਼ਿਆਦਾ ਪਹੁੰਚ ਨਹੀਂ ਹੋ ਸਕਦੀ ਕਿ ਉਹ ਸਾਰਾ ਮੈਟੀਰੀਅਲ ਜਿਹੜਾ ਆਪਣੇ ਕੋਲ ਇਕੱਠਾ ਕਰ ਲਵੇ। ਪਰ ਇੱਕ ਲਾਇਬ੍ਰੇਰੀ ਇੱਕ ਇਹੋ ਜਿਹਾ ਥਾਂ ਹੈ ਜਿੱਥੇ ਉਸਨੂੰ ਉਸਦੀ ਪਸੰਦੀਦਾ ਹਰ ਤਰ੍ਹਾਂ ਦਾ ਹਰੇਕ ਐਗਜ਼ਾਮ ਦੇ ਨਾਲ ਰਿਲੇਟਡ ਜਿਹੜਾ ਮੈਟੀਰੀਅਲ ਹੈ, ਜੇ ਉਹ ਮੈਥਮੈਟਿਕਸ ਨਾਲ ਰਿਲੇਟਡ ਆਪਣੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਤਾਂ ਨੈਚੁਰਲ ਹੈ ਉਸਨੂੰ ਮੈਥਮੈਟਿਕਸ ਨਾਲ ਰਿਲੇਟਡ ਹਰ ਤਰ੍ਹਾਂ ਦੀ ਬੁੱਕਸ, ਹਰ ਤਰ੍ਹਾਂ ਦੇ ਟੌਪਿਕ ਦੇ ਸੋਲੂਸ਼ਨ ਜਿਹੜੇ ਇੱਕ ਲਾਇਬ੍ਰੇਰੀ ਦੇ ਵਿੱਚੋਂ ਦੀ ਮਿਲ ਜਾਣਗੇ। ਔਰ ਜੇ ਉਹ ਕੋਈ ਸਾਇੰਸ ਦੇ ਨਾਲ ਰਿਲੇਟਡ ਐਗਜ਼ਾਮ ਦੀ ਤਿਆਰੀ ਕਰ ਰਿਹਾ ਤਾਂ ਸਾਇੰਸ ਸੈਕਸ਼ਨ ਦੇ ਵਿੱਚ ਉਸਨੂੰ ਹਰ ਤਰ੍ਹਾਂ ਦਾ ਛੋਟੀ ਨੌਲੇਜ ਤੋਂ ਲੈ ਕੇ ਐਂਡ ਤੱਕ ਦੀ ਨੌਲੇਜ ਤੱਕ ਦਾ ਜਿਹੜੀ ਅਪਡੇਟ ਨੌਲੇਜ ਹੈ ਉਸ ਦੇ ਨਾਲ ਵੀ ਰਿਲੇਟਡ ਜਿਹੜੀ ਹੈ ਇਨਫੋਰਮੇਸ਼ਨ ਪ੍ਰਾਪਤ ਹੋ ਜਾਏਗੀ। ਕਿਉਂਕਿ ਜਿਹੜਾ ਕੰਪੀਟੀਟਿਵ ਐਗਜ਼ਾਮ ਨੇ ਉਹ ਅਕੇਲੀ ਪਾਸਟ ਦੀ ਗੱਲ ਨਹੀਂ ਕਰਦਾ, ਪਾਸਟ ਦੀ ਇਨਫੋਰਮੇਸ਼ਨ ਹੀ ਨਹੀਂ ਲੈਂਦਾ, ਬਟ ਕਿ ਪ੍ਰੈਜ਼ੈਂਟ ਔਰ ਹੋਣ ਵਾਲੇ ਫਿਊਚਰ ਬਾਰੇ ਵੀ ਸਾਨੂੰ ਕਈ ਵਾਰ ਅੰਦਾਜ਼ਾ ਲਗਾ ਕੇ ਜਿਹੜਾ ਹੈ ਗੈਸ ਲਗਾ ਕੇ ਜਿਹੜਾ ਹੈ ਐਸਟੀਮੇਟ ਜਿਹੜੇ ਦੱਸਣੇ ਪੈਂਦੇ ਨੇ। ਤਾਂ ਉਹ ਜਿਹੜੀ ਸਾਰੀ ਸਾਡੀ ਉਹ ਕੀ ਹੁੰਦਾ ਹੈ ਜਦ ਕੰਪੀਟੀਟਿਵ ਐਗਜ਼ਾਮ ਲਈ ਤਿਆਰ ਵੀ ਕਰ ਰਿਹਾ ਹੁੰਦਾ ਹੈ ਤਾਂ ਉਸ ਦੇ ਨਾਲ ਉਸ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਗਿਆਨ ਦਾ ਵਾਧਾ ਹੁੰਦਾ ਉਹ ਸਾਨੂੰ ਜਿਹੜੀ ਹੈ ਲਾਇਬ੍ਰੇਰੀ ਬਹੁਤ ਹੀ ਅੱਛੇ ਤਰੀਕੇ ਨਾਲ ਪ੍ਰੋਵਾਈਡ ਕਰਵਾ ਦਿੰਦੀ ਹੈ। ਤੇ ਜੇ ਆਪਾਂ 4th ਪੁਆਇੰਟ ਦੀ ਗੱਲ ਕਰੀਏ ਤਾਂ ਮੋਟੀਵੇਟ ਫॉर ਲਰਨਿੰਗ ਐਂਡ ਥਿੰਕਿੰਗ, ਮੋਟੀਵੇਟ ਫॉर ਲਰਨਿੰਗ ਐਂਡ ਥਿੰਕਿੰਗ। ਜਿਹੜੀ ਹੁਣ ਲਾਇਬ੍ਰੇਰੀ ਹੈ ਉਹ ਬੱਚੇ ਨੂੰ ਮੋਟੀਵੇਟ ਕਰਦੀ ਹੈ ਸਿੱਖਣ ਦੇ ਲਈ ਤੇ ਸੋਚਣ ਦੇ ਲਈ। ਹੁਣ ਜਦੋਂ ਬੱਚਾ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਜਾਂ ਵੈਸੇ ਹੀ ਸਟੱਡੀ ਕਰ ਰਿਹਾ ਹੈ ਤਾਂ ਉਸ ਨੂੰ ਸਿੱਖਣ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਬਹੁਤ ਸਾਰੀ ਇਹ ਜਿਹੀ ਨੌਲੇਜ ਹੈ, ਇਹ ਜਿਹੀ ਇਨਫੋਰਮੇਸ਼ਨ ਹੈ ਜੋ ਉਹ ਸਿੱਖਦਾ ਹੈ। ਔਰ ਸਿੱਖਣ ਦੇ ਨਾਲ ਨਾਲ ਉੱਥੇ ਹੀ ਉਸ ਨੂੰ ਬੈਠ ਕੇ ਇੰਨਾ ਸਮਾਂ ਮਿਲ ਜਾਂਦਾ ਹੈ ਕਿ ਉਹ ਡੂੰਘੀ ਸੋਚ ਦੇ ਵਿੱਚ ਸੋਚ ਸਕਦਾ ਹੈ ਕਿ ਵਾਕਈ ਇਹ ਫੈਕਟ ਕਲੀਅਰ ਕਿਵੇਂ ਹੁੰਦਾ ਹੈ। ਫੋਰ ਐਗਜ਼ਾਮਪਲ ਜੇ ਆਪਾਂ ਕਿਸੇ ਬੱਚੇ ਦੀ ਸਟੋਰੀ ਦੀ ਗੱਲ ਕਰੀਏ ਕਿ ਇੱਕ ਛੋਟਾ ਬੱਚਾ ਹੈ ਜਿਹੜਾ ਮਤਲਬ 10 ਇਅਰਸ ਦੇ ਅਬਾਊਟ ਲਗਾ ਲਓ, ਜੇ ਉਹ ਲਾਇਬ੍ਰੇਰੀ ਦੇ ਵਿੱਚ ਜਾਂਦਾ ਹੈ ਉਹ ਕਹਾਣੀ ਨੂੰ ਜੋ ਸਟੋਰੀ ਨੂੰ ਪੜ੍ਹਦਾ ਹੈ, ਜਦੋਂ ਸਟੋਰੀ ਨੂੰ ਪੜ੍ਹਦਾ ਤਾਂ ਉਹਦੀ ਸੋਚਣ ਸ਼ਕਤੀ ਵੀ ਆ ਜਾਂਦੀ ਹੈ ਕਿ ਹਾਂ ਇੱਦਾਂ ਹੋਇਆ ਇੱਦਾਂ ਹੋਇਆ ਇੱਦਾਂ ਹੋਇਆ, ਫਿਰ ਉਹਨੇ ਐਂ ਕੀਤਾ ਫਿਰ ਐਂ ਕੀਤਾ। ਜਿਵੇਂ ਆਪਾਂ ਪਿਆਸੇ ਕਾਂ ਦੀ ਕਹਾਣੀ ਬਾਰੇ ਵੀ ਸੁਣਦੇ ਆ ਤਾਂ ਬੱਚੇ ਦੀ ਕਈ ਵਾਰ ਹੁੰਦਾ ਅੱਖਾਂ ਦੇ ਸਾਹਮਣੇ ਇੱਕ ਪਿਕਚਰ ਜੀ ਬਣ ਜਾਂਦੀ ਹੈ ਤਾਂ ਉਹ ਜਿਹੜਾ ਹੈ ਮੋਟੀਵੇਟ ਹੁੰਦਾ ਹੈ ਕਾਹਦੇ ਲਈ? ਸਿੱਖਣ ਦੇ ਲਈ
library helps in research work। ਜਿਹੜੀ ਲਾਇਬ੍ਰੇਰੀ ਹੈ ਉਹ ਸਾਨੂੰ कोई भी जो रिसर्चर है जो रिसर्च करता है ड्यूरिंग रिसर्च वो की करता है कि उसकी खोज दे ਜਿਹੜੇ ਉਸਨੇ ਖੋਜ ਦੇ ਫੈਕਟਰਾਂ ਦਾ ਜਿਹੜੀ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਪਹਿਲਾਂ ਉਸ ਖੋਜ ਨੂੰ ਕਿਸ ਨੇ ਕੀਤਾ ਹੈ ਉਹਦੇ ਲਈ ਕੀ ਬਣੀਆਂ ਹੋਈਆਂ ਬਿਬਲੀਓਗ੍ਰਾਫੀਜ਼ ਬਣੀਆਂ ਹੋਈਆਂ ਨੇ ਜਾਂ ਰਿਸਰਚ ਦੇ ਜਿਹੜੇ ਪੇਪਰ ਆਉਂਦੇ ਨੇ ਜਾਂ ਥੀਸਿਸ ਹੁੰਦੀਆਂ ਨੇ ਜਿਹੜੀਆਂ ਉਸ ਤੋਂ ਪਹਿਲਾਂ ਵਾਲੀਆਂ ਤਾਂ ਉਹ ਸਾਰੀਆਂ ਚੀਜ਼ਾਂ ਉਹਦੇ ਲਈ ਪੋਸੀਬਲ ਨਹੀਂ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਮਾਰਕੀਟ ਲੈ ਲਵੇ ਮਾਰਕੀਟ ਤੋਂ ਖਰੀਦ ਕੇ ਘਰੇ ਲੈ ਆਵੇ ਨਹੀਂ ਇੱਕ ਰਿਸਰਚਰ ਦੇ ਲਈ ਸਭ ਤੋਂ ਵੱਡੀ ਚੀਜ਼ ਹੈ ਕਿ ਉਸਨੂੰ ਇੱਕ ਹੀ ਥਾਂ ਤੇ ਸਾਰਾ ਹੀ ਮਟੀਰੀਅਲ ਜੋ ਹੈ ਪ੍ਰੋਵਾਈਡ ਹੋ ਜਾਂਦਾ ਹੈ और ਰਿਸਰਚ ਕਰਦੇ ਹੋਏ ਜਿਹੜੀ ਹੈ ਜਿੰਨੀ ਵੀ ਉਸਨੂੰ ਨੌਲੇਜ ਵਾਈਡ ਤੋਂ ਵਾਈਡ ਨੌਲੇਜ ਚਾਹੀਦੀ ਹੈ ਉਹ ਉਸਨੂੰ ਲਾਇਬ੍ਰੇਰੀ ਪ੍ਰੋਵਾਈਡ ਕਰਵਾਉਂਦੀ ਹੈ ਕਿਸ ਤਰੀਕੇ ਨਾਲ ਇਨਸਾਈਕਲੋਪੀਡੀਆਜ਼ ਨੇ इनसाइक्लोपीडियाज लगा लो ईयर बुक्स लगा लो हैंड बुक लगा लो जर्नल्स लगा लो रिसर्च पेपर्स लगा लो पीरियोडिकल्स लगा लो ये ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਰੀਆਂ ਰਿਸਰਚ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ ਤੇ ਇੱਕ ਰਿਸਰਚਰ ਜਿਹੜਾ ਹੈਗਾ ਉਹ ਇੱਕ ਥਾਂ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਲਾਇਬ੍ਰੇਰੀ ਉਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਨਿਭਾਉਂਦੀ ਹੈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਉਸ ਨੂੰ ਇੱਕ ਜਗ੍ਹਾ ਤੇ ਹੀ ਉਹ ਮਟੀਰੀਅਲ ਜਿਹੜਾ ਹੈ ਉਹ ਪ੍ਰੋਵਾਈਡ ਹੋ ਜਾਂਦਾ ਹੈ ਤੇ ਉਸ ਮਟੀਰੀਅਲ ਦੇ ਔਰ ਸੈਕੰਡਲੀ ਕੀ ਹੋ ਜਾਂਦਾ ਹੈ ਕਿ ਜਦੋਂ ਉਹਦੀ ਕੀ ਉਸ ਦੇ ਨਾਲ ਕਿੰਨਾ ਇਕਨੋਮਿਕ ਜਿਹੜਾ ਖਰਚਾ ਉਹ ਵੀ ਨਹੀਂ ਹੁੰਦਾ ਜੇ ਆਪਾਂ ਥੀਸਿਸ ਦੀ ਗੱਲ ਕਰੀਏ ਜੇ ਰਿਸਰਚਸ ਦੀ ਗੱਲ ਕਰੀਏ ਤਾਂ ਜਿਹੜੇ ਰਿਸਰਚਸ ਨੇ ਜਾਂ ਥੀਸਿਸ ਨੇ ਉਹ ਵੀ ਜਿਹੜੇ ਲਾਇਬ੍ਰੇਰੀ ਦੇ ਵਿੱਚ ਸਬਮਿਟ ਹੋ ਜਾਂਦੇ ਨੇ ਜੋ ਲਾਇਬ੍ਰੇਰੀ ਦੇ ਵਿੱਚ ਥੀਸਿਸ ਸਬਮਿਟ ਹੁੰਦੇ ਨੇ ਉਹਨਾਂ ਦੀ ਜਿਹੜੀ ਮਾਰਕੀਟ ਅਵੇਲੇਬਿਲਿਟੀ ਨਹੀਂ ਹੈ ਹਰੇਕ ਥੀਸਿਸ ਨੂੰ ਜਿਹੜਾ ਹੈ ਮਾਰਕੀਟ ਦੇ ਵਿੱਚ ਆਉਣ ਦਾ ਮੌਕਾ ਨਹੀਂ ਮਿਲਦਾ ਕੁਝ ਹੀ ਜਿਹੜੇ ਰਿਸਰਚਸ ਨੇ ਜਿਹੜੇ ਜਰਨਲਸ ਦੇ ਰੂਪ ਵਿੱਚ ਸਾਡੇ ਕੋਲ ਆਉਂਦੇ ਨੇ ਤਾਂ ਇਸ ਲਈ ਜਿਹੜੀ ਲਾਇਬ੍ਰੇਰੀ ਹੈ ਉਹ ਸਾਨੂੰ ਹੈਲਪ ਕਰਦੀ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਅਸੀਂ ਆਪਣੀ ਰਿਸਰਚ ਨੂੰ ਕੰਪਲੀਟ ਕਰਦੇ ਹਾਂ ਕਿਸ ਤਰੀਕੇ ਨਾਲ ਆਪਣਾ ਰਿਸਰਚ ਨੂੰ ਜਿਹੜਾ ਹੈ ਹੋਰ ਜ਼ਿਆਦਾ ਸਮਾਂ ਦੇ ਪਾਉਂਦੇ ਹਾਂ ਹੋਰ ਜ਼ਿਆਦਾ ਸਾਨੂੰ ਮਟੀਰੀਅਲ ਮਿਲਦਾ ਹੈ ਕਹਿੰਦੇ ਜਿੰਨਾ ਜ਼ਿਆਦਾ ਗਿਆਨ ਵੱਧ ਹੋਏਗਾ ਉਨੀ ਹੀ ਜ਼ਿਆਦਾ ਉਸ ਗਿਆਨ ਦੀ ਡੂੰਘਾਈ ਤੇ ਸੱਚਾਈ ਵੱਧ ਹੋਏਗੀ ਤਾਂ ਜਿਹੜੇ ਵੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਜਾਂ ਤਾਂ ਪਾਰਟ ਕਰਦੇ ਆਪਣਾ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਹਿੱਸਾ ਲੈਂਦੇ ਨੇ ਜਾਂ ਕੋਈ ਰਿਸਰਚ ਕਰਦਾ ਹੈ ਤਾਂ ਲਾਇਬ੍ਰੇਰੀ ਜਿਹੜੀ ਹੈ ਇੱਕ ਉਹਨਾਂ ਦੇ ਲਈ ਲਾਈਟ ਹਾਊਸ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ ਤੇ ਉਸ ਦੇ ਰਾਹੀਂ ਉਹ ਇੱਕ ਰੋਸ਼ਨੀ ਲੈ ਕੇ ਇੱਕ ਦਿਸ਼ਾ ਲੈ ਕੇ ਜਿਹੜੇ ਹੈ ਉਹ ਅੱਗੇ ਵੱਲ ਵਧਦੇ ਚਲੇ ਜਾਂਦੇ ਨੇ 6th ਪੁਆਇੰਟ ਹੈ ਲਾਇਬ੍ਰੇਰੀ ਅਪਡੇਟ ਆਵਰ ਨੌਲੇਜ ਲਾਇਬ੍ਰੇਰੀ update our knowledge ਹੁਣ ਜਿਹੜੀ ਲਾਇਬ੍ਰੇਰੀ ਹੈ ਕੀ ਕਰਦੀ ਹੈ ਸਾਡੀ ਨੌਲੇਜ ਨੂੰ ਅਪਡੇਟ ਕਰਦੀ ਹੈ ਕਿਉਂ ਕਿਵੇਂ ਕਿਸ ਤਰੀਕੇ ਨਾਲ ਕਿਉਂਕਿ ਲਾਇਬ੍ਰੇਰੀ ਹੀ ਇੱਕ ਅਜਿਹਾ ਸਥਾਨ ਹੈ ਜਿਹੜਾ ਇੱਕੋ ਹੀ ਸਥਾਨ ਦੇ ਉੱਤੇ ਇੱਕੋ ਹੀ ਸਮੇਂ ਦੇ ਵਿੱਚ ਅਸੀਂ ਵੱਖਰਾ ਜਿਹੜਾ ਮਟੀਰੀਅਲ ਹੈ ਅਸੀਂ ਲੈ ਸਕਦੇ ਹਾਂ ਤੇ ਆਪਣੀ ਨੌਲੇਜ ਨੂੰ ਅਪਡੇਟ ਕਰ ਸਕਦੇ ਹਾਂ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਹੀ ਸਭ ਤੋਂ ਪਹਿਲੀਆਂ ਇਨਫੋਰਮੇਸ਼ਨ ਆਉਂਦੀ ਹੈ ਕਿ ਇਹ ਜਿਹੜੀ ਬੁੱਕ ਹੈ ਨਵੀਂ ਪਬਲਿਸ਼ ਹੋਈ ਹੈ ਇਹ ਜਿਹੜੀ ਬੁੱਕ ਹੈ ਇਸ ਰਾਈਟਰ ਦੀ ਨਵੀਂ ਕਾਰਡ ਹੈ ਤਾਂ ਕਿੱਥੇ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਆਉਂਦੀ ਹੈ ਉਹ ਲਾਇਬ੍ਰੇਰੀ ਦੇ ਵਿੱਚ ਆਉਂਦੀ ਹੈ ਜਦੋਂ ਇੱਕ ਪਬਲਿਸ਼ਰ ਨੇ ਬੁੱਕ ਪਬਲਿਸ਼ ਕੀਤੀ ਹੈ ਉਸ ਦੀ ਇੱਕ ਕਾਪੀ ਜਿਹੜੀ ਹੈ ਉਸ ਨੂੰ ਹੈਂਡਓਵਰ ਕਰਨੀ ਪੈਂਦੀ ਹੈ ਤਾਂ ਇਹ ਜਿਹੜੀ ਅਪਡੇਟ ਨੌਲੇਜ ਹੈ ਜਿਹੜੀ ਲਾਇਬ੍ਰੇਰੀ ਜਿਹੜੀ ਸਾਡੀ ਨੌਲੇਜ ਨੂੰ ਅਪਡੇਟ ਕਰਦੀ ਹੈ ਫੋਰ ਐਗਜ਼ਾਮਪਲ ਜੇ ਮੈਂ ਆਪਣੀ ਗੱਲ ਕਰਾਂ ਜੀ ਮੈਂ ਅੱਜ ਬੁੱਕ ਜਿਹੜੀ ਹੈ ਪਬਲਿਸ਼ ਕਰਵਾਈ ਹੈ ਤਾਂ ਪਬਲਿਸ਼ ਹੋਣ ਤੋਂ ਬਾਅਦ ਜਿਹੜੀ ਮੇਰੀ ਬੁੱਕ ਹੈ ਉਸ ਬੁੱਕ ਦੇ ਜੇ ਮੈਂ ਜੇ ਲਾਇਬ੍ਰੇਰੀ ਦੇ ਵਿੱਚ ਭੇਜੂਗੀ ਤਾਂ ਸਭ ਤੋਂ ਪਹਿਲੀ ਲਾਇਬ੍ਰੇਰੀ ਦੇ ਵਿੱਚ ਜਾਣ ਤੋਂ ਬਾਅਦ ਬੱਚੇ ਨੂੰ ਇਨਫੋਰਮੇਸ਼ਨ ਤਾਜ਼ੀ ਹੋਏਗੀ ਜੇ ਉਹ ਲਾਇਬ੍ਰੇਰੀ ਦੇ ਵਿੱਚ ਜਿਹੜੀ ਹੈ ਅਪਡੇਸ਼ਨ ਦੇ ਉੱਤੇ ਲੱਗੀ ਹੋਏਗੀ ਤਾਂ ਨਾਲ ਦੀ ਨਾਲ ਹੀ ਜਿਹੜੀ ਇਨਫੋਰਮੇਸ਼ਨ ਹੈ ਕਿਤੇ ਤਾਂ ਇੱਕ ਬੱਚੇ ਨੂੰ ਲਾਇਬ੍ਰੇਰੀ ਦੇ ਥਰੂ ਜਦੋਂ ਲਾਇਬ੍ਰੇਰੀ ਦੇ ਵਿੱਚ ਇੱਕ ਨਹੀਂ ਬਹੁਤ ਸਾਰੇ ਬੱਚੇ ਆਉਂਦੇ ਆ ਕਿਤੇ ਪਬਲਿਸਿਟੀ ਦੀ ਲੋੜ ਨਹੀਂ ਪੈਂਦੀ ਲਾਇਬ੍ਰੇਰੀ ਦੇ ਰਾਹੀਂ ਇਹ ਖੁਦ ਬ ਖੁਦ ਜਿਹੜੀ ਹੈ ਪਬਲਿਸਿਟੀ ਹੋ ਜਾਂਦੀ ਹੈ ਤੇ ਜਿਹੜੀ ਸਾਡੀ ਨੌਲੇਜ ਨੂੰ ਅਪਡੇਟ ਕਰਦੀ ਰਹਿੰਦੀ ਹੈ ਕਿਸੇ ਵੀ ਰਿਸਰਚ ਦੇ ਰਿਗਾਰਡਿੰਗ ਦੀ ਨਵੀਂ ਰਿਸਰਚ ਇਹ ਹੋਈ ਹੈ ਕਿਸੇ ਵੀ ਟੌਪਿਕ ਦੇ ਰਿਗਾਰਡਿੰਗ ਕਿਸੇ ਵੀ ਸਬਜੈਕਟ ਦੇ ਰਿਗਾਰਡਿੰਗ ਤਾਂ ਜਿਹੜੀ ਸਾਡੀ ਨੌਲੇਜ ਹੈ ਲਾਇਬ੍ਰੇਰੀ ਉਹ ਅਪਡੇਟ ਕਰਦੀ ਰਹਿੰਦੀ ਹੈ
ਜੇ ਆਪਾਂ 7 ਪੁਆਇੰਟ ਦੀ ਗੱਲ ਕਰੀਏ ਤਾਂ 7 ਪੁਆਇੰਟ ਹੈ develop the habit of self study, habit of self study। ਕਹਿੰਦੇ ਆਪਾਂ ਰੀਡਿੰਗ ਹੈਬਿਟ ਦੀ ਗੱਲ ਕਰੀ ਸੀ ਕਿ ਜਿਹੜੀ ਰੀਡਿੰਗ ਹੈਬਿਟ ਹੈ ਜਿਹੜੀ ਸਾਡੀ ਵਧਦੀ ਹੈ, ਜਿਹੜੀ ਸਾਡੀ ਪੜ੍ਹਨ ਦੀ ਸਮਰੱਥਾ ਜਿਹੜੀ ਆ ਬਣ ਜਾਂਦੀ ਹੈ, ਆਦਤ ਬਣ ਜਾਂਦੀ ਹੈ ਪੜ੍ਹਨ ਦੀ ਸਾਡੀ ਆਦਤ। ਤਾਂ ਇੱਕ ਪੜ੍ਹਨ ਦੀ ਆਦਤ ਦੇ ਨਾਲ ਨਾਲ ਸੈਲਫ ਸਟੱਡੀ ਦੀ ਵੀ ਆਦਤ ਬਣ ਜਾਂਦੀ ਹੈ। ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਕਈ ਜਿਹੜੇ ਬਜ਼ੁਰਗ ਨੇ ਹਾਲੇ ਵੀ ਉਹ ਜਿਹੜੇ ਨੇ ਉਹ ਕਿਤਾਬਾਂ ਨੂੰ ਜਦੋਂ ਰਾਤ ਦਾ ਸਮਾਂ ਆਉਂਦਾ, ਜਦੋਂ ਥੋੜੇ ਜਿਹਾ ਫ੍ਰੀ ਦਾ ਸਮਾਂ ਆਉਂਦਾ ਤਾਂ ਆਪਣੇ ਫ੍ਰੀ ਟਾਈਮ ਦੇ ਵਿੱਚ ਜਿਹੜੀ ਹੈ ਉਹ ਬੁੱਕਸ ਨੂੰ ਲੈ ਕੇ ਬੈਠ ਜਾਂਦੇ ਨੇ। ਉਹਨਾਂ ਦੇ ਵਿੱਚ ਜਿਹੜੀ ਸੈਲਫ ਸਟੱਡੀ ਦੀ ਆਦਤ ਬਣੀ ਹੋਈ ਹੈ, ਹੈਬਿਟ ਬਣੀ ਹੋਈ ਹੈ, ਉਹ ਕਿਸ ਤਰੀਕੇ ਨਾਲ ਬਣੀ ਹੋਈ ਹੈ? ਉਹ ਲਾਇਬ੍ਰੇਰੀ ਦੀ ਹੈਲਪ ਦੇ ਨਾਲ ਬਣੀ ਹੋਈ ਹੈ। ਕਿਉਂਕਿ ਪਹਿਲਾਂ ਕੀ ਸੀਗਾ ਕਿ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਸੀਗਾ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇੰਨਾ ਆ ਚੁੱਕਿਆ ਕਿ ਬੱਚੇ ਕੀ ਕਰਦੇ ਨੇ, ਟੈਬ, ਲੈਪਟਾਪ, ਮੋਬਾਈਲ ਵਗੈਰਾ ਲੈ ਕੇ ਉਸੇ ਦੇ ਉੱਤੇ ਲੱਗੇ ਰਹਿੰਦੇ ਨੇ, ਉਸੇ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਨੀਡ ਹੁੰਦੀ ਆ ਉਹ ਜਿਹੜੀ ਆ ਪੜ੍ਹਦੇ ਰਹਿੰਦੇ ਨੇ। ਪਰ ਅੱਗੇ ਕੀ ਹੁੰਦਾ ਸੀ ਕਿ ਜੋ ਪੇਰੈਂਟਸ ਨੇ ਜਾਂ ਟੀਚਰਸ ਨੇ ਉਹ ਕੀ ਹੈ ਲਾਇਬ੍ਰੇਰੀ ਦੀ ਵੈਲਿਊ ਨੂੰ ਜ਼ਿਆਦਾ ਐਕਸਪਲੇਨ ਕਰਦੇ ਸੀ। ਉਹ ਲਾਇਬ੍ਰੇਰੀ ਵਿੱਚ ਜ਼ਿਆਦਾ ਪੇਜ ਕੇ ਰਾਜੀ ਹੁੰਦੇ ਸੀਗੇ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਜਿਹੜੀ ਹੈ ਨਿਊਜ਼ਪੇਪਰ ਵਗੈਰਾ ਵੀ ਆਉਂਦਾ ਸੀ, ਜਿਹੜੀ ਡੇਲੀ ਦੀ ਕਰੰਟ ਨਿਊਜ਼ ਸਾਨੂੰ ਸੀਗੀਆਂ ਉਹ ਲਾਇਬ੍ਰੇਰੀ ਦੇ ਵਿੱਚ। ਹਰੇਕ ਘਰ ਦੇ ਵਿੱਚ ਨਿਊਜ਼ਪੇਪਰ ਪਹੁੰਚਣਾ ਆਸਾਨ ਨਹੀਂ ਸੀਗਾ। ਹਰੇਕ ਜਿਹੜਾ ਆਪਾਂ ਗੱਲ ਕਰੀਏ ਹਰੇਕ ਫੈਮਿਲੀ ਜਿਹੜੀ ਹੈ ਉਸਦੇ ਕੋਲ ਨਿਊਜ਼ਪੇਪਰ ਦਾ ਅਪਰੋਚ ਹੋਣੀ ਮਤਲਬ ਪੋਸੀਬਲ ਨਹੀਂ ਸੀ। ਤਾਂ ਜਿਸ ਕਰਕੇ ਉਸਦੀ ਸੈਲਫ ਸਟੱਡੀ ਦੀ ਜਿਹੜੀ ਗੱਲ ਆਉਂਦੀ ਸੀ ਤਾਂ ਬੱਚੇ ਜਿਹੜੇ ਇਹ ਨੌਲੇਜ ਜਾਂ ਨਿਊਜ਼ਪੇਪਰ ਪੜ੍ਹਨ ਜਿਹੜੀ ਇੱਛਾ ਹੁੰਦੀ ਸੀ ਉਹ ਲਾਇਬ੍ਰੇਰੀ ਦੇ ਵਿੱਚ ਜਾ ਕੇ ਉਹ ਕੰਪਲੀਟ ਕਰ ਲੈਂਦੇ ਸੀ। ਤੇ ਜਿਹੜੇ ਬਜ਼ੁਰਗ ਜਿਹੜੇ ਹੁਣ ਆਪਾਂ ਬਜ਼ੁਰਗਾਂ ਦੀ ਗੱਲ ਕਰ ਰਹੇ ਸੀ ਤਾਂ ਬਜ਼ੁਰਗ ਵੀ ਕੀ ਸੀਗੇ ਜਿਹੜੇ ਆਪਣੇ ਟਾਈਮ ਵਿੱਚ ਯੰਗ ਸੀ ਉਹ ਕੀ ਕਰਦੇ ਸੀ, ਲਾਇਬ੍ਰੇਰੀ ਦਾ ਯੂਟੀਲਾਈਜੇਸ਼ਨ ਕੀਤਾ ਜਾਂਦਾ ਸੀਗਾ। ਪਹਿਲਾਂ ਇੰਨੀ ਜ਼ਿਆਦਾ ਲਾਇਬ੍ਰੇਰੀ ਜਿਹੜੀਆਂ ਨੇ ਇੰਨੀਆਂ ਡਿਵੈਲਪ ਨਹੀਂ ਸੀ ਹੁੰਦੀਆਂ, ਇੰਨੀ ਜ਼ਿਆਦਾ ਕਲਾਸੀਫਾਈਡ ਕੈਟਾਲੋਗਿੰਗ ਵਾਲੀਆਂ ਨਹੀਂ ਸੀ। ਸਿਰਫ ਤੇ ਸਿਰਫ ਕੀ ਸੀ ਕਿ ਬੁੱਕਸ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰ ਲਿਆ ਜਾਂਦਾ ਸੀ ਤੇ ਜਿਹੜੇ ਪੜ੍ਹਨ ਦੇ ਸ਼ੌਕੀਨ ਨੇ ਉੱਥੇ ਜਾ ਕੇ ਉਹ ਪੜ੍ਹਦੇ ਵੀ ਸੀ। ਤੇ ਕੁਝ ਲੋਕ ਇਹੋ ਜਿਹੇ ਵੀ ਸੀ ਜਿਹੜੀ ਬੁੱਕਸ ਨੂੰ ਉੱਥੇ ਡੋਨੇਟ ਕਰਦੇ ਸੀ। ਉਹਨਾਂ ਨੂੰ ਇਹ ਹੁੰਦਾ ਸੀ ਕਿ ਮੈਂ ਜੋ ਨੌਲੇਜ ਲਈ ਹੈ ਮੇਰੇ ਨਾਲ ਨਾਲ ਜਿਹੜੇ ਉਹ ਦੂਸਰੇ ਪਰਸਨਸ ਵੀ ਨੇ ਉਹਨਾਂ ਨੂੰ ਵੀ ਇਹ ਨੌਲੇਜ ਜਿਹੜੀ ਹੈ ਉਹ ਮਿਲੇ। ਤਾਂ ਉਸ ਦੇ ਲਈ ਕਹਿੰਦੇ ਇੱਕ ਸੈਲਫ ਸਟੱਡੀ ਦੀ ਜਿਹੜੀ ਆਦਤ ਹੈ, ਸੈਲਫ ਸਟੱਡੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਇੰਪਰੂਵ ਕਰਦੀ ਹੈ ਲਾਇਬ੍ਰੇਰੀ ਕਿ ਸਾਡੇ ਆਪਣੇ ਆਪ ਸਾਡੇ ਮਨ ਦੇ ਵਿੱਚ ਜਿਹੜੀ ਹੈ ਇੱਕ ਇੱਛਾ ਜਿਹੜੀ ਹੁੰਦੀ ਹੈ ਪੜ੍ਹਨ ਦੀ ਉਹ ਜਿਹੜੀ ਹੈ ਲਾਇਬ੍ਰੇਰੀ ਸਾਡੀ ਉਸ ਸਾਨੂੰ ਪੂਰੇ ਕਰਦੀ ਹੈ ਤੇ ਸਾਡੀ ਆਦਤ ਬਣ ਜਾਂਦੀ ਹੈ ਖੁਦ ਬ ਖੁਦ ਪੜ੍ਹਨ ਦੀ। ਔਰ ਕਈ ਵਾਰ ਤਾਂ ਇੰਨਾ ਜ਼ਿਆਦਾ ਇੰਟਰਸਟ ਡਿਵੈਲਪ ਹੋ ਜਾਂਦਾ ਹੈ ਕਿਸੇ ਬੁੱਕ ਨੂੰ ਪੜ੍ਹਨ ਦਾ ਜਾਂ ਕਿਸੇ ਜਰਨਲ ਨੂੰ ਜਾਂ ਪੀਰੀਓਡਿਕਲ ਨੂੰ ਜਾਂ ਕਿਸੇ ਮੈਗਜ਼ੀਨ ਨੂੰ ਜਾਂ ਕਰੰਟ ਅਫੇਅਰ ਨੂੰ ਜਾਂ ਆਪਾਂ ਲਗਾ ਲਈਏ ਜਿਹੜੇ ਆਪਣੇ ਕੰਪੀਟੀਸ਼ਨ ਸਕਸੈਸ ਨੇ ਜਾਂ ਪ੍ਰਤੀਯੋਗਿਤਾ ਦਰਪਣ ਵਰਗੇ ਮੈਗਜ਼ੀਨ ਨੇ ਤਾਂ ਉਹਨਾਂ ਦਾ ਕੀ ਹੈ ਕਿ ਉਹ ਇੰਨੇ ਜ਼ਿਆਦਾ ਇੰਟਰਸਟੇਬਲ ਹੋ ਜਾਂਦੇ ਨੇ ਕਿ ਅਸੀਂ ਉਹਨਾਂ ਨੂੰ ਆਪਣੇ ਘਰੇ ਲੈ ਜਾਂਦੇ ਹਾਂ, ਘਰੇ ਇਸ਼ੂ ਕਰਵਾ ਕੇ ਲੈ ਜਾ ਕੇ ਤੇ ਸਾਡਾ ਮਨ ਹੁੰਦਾ ਕਿ ਅਸੀਂ ਇਹਨੂੰ ਕੰਪਲੀਟ ਪੜ੍ਹ ਲਈਏ। ਤਾਂ ਉਹ ਸਾਡੀ ਕਿਸ ਹੈਬਿਟ ਨੂੰ ਡਿਵੈਲਪ ਕਰਨੇ, ਸੈਲਫ ਸਟੱਡੀ, ਆਪਣੇ ਆਪ ਦੇ ਵਿੱਚ ਅਧਿਐਨ। ਅਸੀਂ ਆਪਣੇ ਜਿਹੜੇ ਸਮੇਂ ਨੂੰ ਵੇਸਟ ਨਾ ਕਰਕੇ ਅਸੀਂ ਉਸ ਚੀਜ਼ ਦੇ ਵਿੱਚ ਆਪਣੀ ਇੰਟਰਟੇਨਮੈਂਟ ਲੱਭਦੇ ਹਾਂ, ਆਪਣੀ ਖੁਸ਼ੀ ਲੱਭਦੇ ਹਾਂ। ਠੀਕ ਹੈ ਬੇਟਾ ਜੀ। ਔਰ 8 ਪੁਆਇੰਟ ਹੈ ਇਸਦਾ 8 ਪੁਆਇੰਟ ਵਿੱਚ ਲਾਇਬ੍ਰੇਰੀ supplements classroom teaching। 8 point library supplement classroom teaching। ਹੁਣ ਲਾਇਬ੍ਰੇਰੀ ਸਪਲੀਮੈਂਟ ਦਾ ਕੀ ਮਤਲਬ ਹੁੰਦਾ? ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਨੈਟਵਰਕਿੰਗ ਮਾਰਕੀਟਿੰਗ ਚੱਲ ਰਹੀ ਹੈ। ਨੈਟਵਰਕਿੰਗ ਮਾਰਕੀਟਿੰਗ ਦੇ ਵਿੱਚ ਕੀ ਹੈ ਕਿ ਕਿਹਾ ਜਾਂਦਾ ਹੈ ਕਿ ਜਿਹੜੇ ਆਪਣੇ ਫੂਡ ਹੈ ਜਿਹੜਾ ਅੱਜ ਕੱਲ੍ਹ ਆਪਾਂ ਖਾਣਾ ਖਾਂਦੇ ਆ ਤਾਂ ਉਹ ਖਾਣਾ ਬੜਾ ਜ਼ਹਿਰੀਲਾ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਖਾਦਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ, ਕਈ ਤਰ੍ਹਾਂ ਦੇ ਇਹ ਜਿਹੇ ਜ਼ਹਿਰੀਲੇ ਪਦਾਰਥਾਂ ਦੇ ਉੱਤੇ ਛਿੜਕਾਅ ਕੀਤੇ ਜਾਂਦੇ ਨੇ ਕਿ ਜੋ ਸਾਡੇ ਵਿੱਚ ਜ਼ਹਿਰ ਦਾ ਕੰਮ ਕਰਦੇ ਨੇ। ਤਾਂ ਕਹਿੰਦੇ ਜਿਹੜੀ ਉਹਨਾਂ ਸਬਜ਼ੀਆਂ ਜਾਂ ਉਹਨਾਂ ਦੇ ਜਿਹੜੇ ਕਣਕ ਵਗੈਰਾ ਜਾਂ ਚਾਵਲ ਵਗੈਰਾ ਜਾਂ ਦਾਲਾਂ ਨੇ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਓਰੀਜਨਲ ਤੱਤ ਹੁੰਦੇ ਨੇ ਉਹ ਅੱਧੇ ਤੋਂ ਵੱਧ ਕੀ ਹੋ ਜਾਂਦੇ ਨੇ, ਉਹ ਖਤਮ
ਜਿਹੜੀ ਉਹਨਾਂ ਦੇ ਉੱਤੇ ਛਿੜਕਾਅ ਕੀਤਾ ਗਿਆ ਹੈ ਜਿਹੜੀਆਂ ਦਵਾਈਆਂ ਦਾ, ਤਾਂ ਉਹ ਦਵਾਈਆਂ ਸਾਡੇ ਲਈ ਇੰਨਾ ਜ਼ਹਿਰ ਦਾ ਕੰਮ ਕਰਦੀਆਂ। ਜਿਹੜੇ ਉਹਨਾਂ ਦੇ ਵਿੱਚ ਦੇ ਤੱਤ ਹੁੰਦੇ ਨੇ ਉਹ ਸਾਡੇ ਲਈ ਜਿਹੜੇ ਚੰਗੇ ਤੱਤ ਨੇ, ਉਹ ਵੀ ਜਿਹੜੇ ਚੰਗੇ ਤੱਤ ਆ ਉਹ ਸਾਨੂੰ ਲੱਗਦੇ ਨਹੀਂ, ਉਹ ਸਾਡੇ ਲਈ ਮਾੜਾ ਹੀ ਪ੍ਰਭਾਵ ਪਾਉਂਦੇ ਨੇ। ਤਾਂ ਉਹ ਜਿਹੜੀ ਮਾਰਕੀਟਿੰਗ ਦੀ ਲਾਈਨ ਦੀ ਗੱਲ ਕਰ ਰਹੀ ਹਾਂ ਮੈਂ, ਮਾਰਕੀਟਿੰਗ ਲਾਈਨ ਦੇ ਵਿੱਚ ਗੱਲ ਕਰਾਂ ਤਾਂ ਫੂਡ ਸਪਲੀਮੈਂਟ ਦੇ ਤੌਰ ਤੇ ਜਿਹੜੀਆਂ ਮੈਡੀਸਿਨਸ ਜਿਹੜੀਆਂ ਨੇ ਜਾਂ ਦਵਾਈਆਂ ਕਹਿ ਲਓ ਜਾਂ ਫੂਡ ਸਪਲੀਮੈਂਟ ਦੇ ਨਾਮ ਨਾਲ ਗੋਲੀਆਂ ਜਾਂ ਕੋਈ ਡਰਿੰਕ ਜਾਂ ਪਾਊਡਰ ਵਗੈਰਾ ਜਿਹੜੇ ਨੇ ਉਹ ਸੇਲ ਹੋ ਰਹੇ ਨੇ। ਉਹ ਕੀ ਕਿਹਾ ਜਾਂਦਾ ਹੈ ਕਿ ਜਿਹੜੇ ਫੂਡ ਦੇ ਵਿੱਚੋਂ ਦੀ ਜਿੰਨੀ ਸਾਨੂੰ ਕੈਲਸ਼ੀਅਮ ਚਾਹੀਦੀ ਹੈ ਜਾਂ ਜਿੰਨਾ ਸਾਨੂੰ ਆਇਰਨ ਚਾਹੀਦਾ ਹੈ ਜਾਂ ਜਿੰਨੇ ਸਾਨੂੰ ਵਿਟਾਮਿਨਸ ਚਾਹੀਦੇ ਨੇ, ਉਹ ਸਾਰੇ ਵਿਟਾਮਿਨਸ ਨੂੰ ਪੂਰੇ ਕਰਨ ਲਈ ਅਲੱਗ-ਅਲੱਗ ਮੈਡੀਸਿਨਸ ਨੇ। ਕੈਲਸ਼ੀਅਮ ਦੀ ਅਲੱਗ ਹੈ, ਵਿਟਾਮਿਨ ਦੀ ਅਲੱਗ ਹੈ ਜਾਂ ਆਇਰਨ ਦੀ ਉਹ ਅਲੱਗ ਹੈ। ਤਾਂ ਕਹਿੰਦੇ ਫੂਡ ਸਪਲੀਮੈਂਟ ਇੱਕ ਗੋਲੀ ਲੈ ਲਓ, ਯਾਨੀ ਕਿ ਜਿੰਨੀ ਸਾਨੂੰ ਨੀਡ ਹੈ ਕੈਲਸ਼ੀਅਮ ਦੀ, ਉਹ ਨੀਡ ਸਾਡੀ ਉਹ ਪੂਰੀ ਹੋ ਜਾਂਦੀ ਹੈ। ਤਾਂ ਉਹ ਫੂਡ ਸਪਲੀਮੈਂਟ ਦੇ ਤੌਰ ਤੇ ਕੰਮ ਕਰਦੀ ਹੈ। ਹੁਣ ਜੇ ਲਾਇਬ੍ਰੇਰੀ ਨੂੰ ਆਪਾਂ ਸਪਲੀਮੈਂਟ ਦੇ ਤੌਰ ਤੇ ਕਹੀਏ ਤਾਂ ਕਲਾਸਰੂਮ ਟੀਚਿੰਗ ਸਪਲੀਮੈਂਟ ਦੇ ਤੌਰ ਤੇ ਕਹਿ ਸਕਦੇ। ਕਿਵੇਂ ਕਹਿ ਸਕਦੇ? ਜਿਹੜੀ ਕਲਾਸਰੂਮ ਦੇ ਵਿੱਚ ਜਿਹੜੀ ਟੀਚਿੰਗ ਹੁੰਦੀ ਹੈ ਉਸ ਦੇ ਵਿੱਚ ਟੈਕਸਟ ਬੁੱਕਸ ਦੇ ਉੱਤੇ ਜਿਹੜਾ ਹੈ ਜ਼ੋਰ ਦਿੱਤਾ ਜਾਂਦਾ ਹੈ। ਇੱਕ ਪਾਰਟਿਕੂਲਰ ਜਿਹੜਾ ਕਰਿਕੂਲਮ ਜਿਹੜਾ ਸਾਡੇ ਸਿਲੇਬਸ ਦੇ ਰਿਗਾਰਡਿੰਗ ਜਾਂ ਸਬਜੈਕਟ ਦੇ ਰਿਗਾਰਡਿੰਗ ਜਿਹੜਾ ਕਰਿਕੂਲਮ ਹੈ ਜਾਂ ਸਬਜੈਕਟ ਦੇ ਰਿਗਾਰਡਿੰਗ ਜਿਹੜਾ ਸਿਲੇਬਸ ਹੈ ਉਸ ਨਾਲ ਸੰਬੰਧਿਤ ਬੁੱਕਸ ਹੀ ਪੜ੍ਹਾਈਆਂ ਜਾਂਦੀਆਂ ਨੇ ਤੇ ਉਸ ਨਾਲ ਸੰਬੰਧਿਤ ਹੀ ਜਿਹੜੀ ਸਾਨੂੰ ਇਨਫੋਰਮੇਸ਼ਨ ਜਾਂ ਜਾਣਕਾਰੀ ਜਿਹੜੀ ਜੋ ਨੌਲੇਜ ਹੈ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ। ਪਰ ਜੇ ਕਲਾਸਰੂਮ ਟੀਚਿੰਗ ਦੀ ਗੱਲ ਕਰੀਏ ਤੋਂ ਬਾਅਦ ਦੀ ਗੱਲ ਕਰੀਏ ਤਾਂ ਲਾਇਬ੍ਰੇਰੀ ਇੱਕ ਇਹੋ ਜਿਹਾ ਸਪਲੀਮੈਂਟ ਆ ਸਾਡੇ ਲਈ ਜੋ ਕਲਾਸਰੂਮ ਟੀਚਿੰਗ ਤੋਂ ਇਲਾਵਾ, ਟੈਕਸਟ ਬੁੱਕਸ ਤੋਂ ਇਲਾਵਾ ਜੇ ਕੋਈ ਬੱਚਾ ਐਕਸਟਰਾ ਨੌਲੇਜ ਲੈਣਾ ਚਾਹੁੰਦਾ ਹੈ ਤਾਂ ਉਹ ਜਿਹੜੀ ਐਕਸਟਰਾ ਨੌਲੇਜ ਹੈ ਉਹ ਪ੍ਰੋਵਾਈਡ ਕਰਵਾਉਂਦੀ ਹੈ ਲਾਇਬ੍ਰੇਰੀ। ਇਸ ਲਈ ਲਾਇਬ੍ਰੇਰੀ ਜਿਹੜੀ ਹੈ ਸਾਨੂੰ ਇੱਕ ਐਕਸਟਰਾ ਨੌਲੇਜ ਹੀ ਨਹੀਂ ਪ੍ਰੋਵਾਈਡ ਕਰਾਉਂਦੀ, ਸਾਡੀ ਵੋਕੈਬਲਰੀ ਨੂੰ ਵਧਾਉਣ ਦੇ ਵਿੱਚ, ਸਾਡੀ ਨੌਲੇਜ ਨੂੰ ਵਧਾਉਣ ਦੇ ਵਿੱਚ ਵੀ ਹੈਲਪਫੁਲ ਹੁੰਦੀ ਹੈ। ਸਾਡੀ ਐਨਾਲਾਈਟੀਕਲ ਪਾਵਰ ਜਾਂ ਕ੍ਰਿਟੀਕਲ ਥਿੰਕਿੰਗ ਨੂੰ ਵੀ ਜਿਹੜੀ ਇੰਪਰੂਵ ਕਰਨ ਦੇ ਵਿੱਚ ਸਾਡੀ ਇਹ ਹੈਲਪ ਕਰਦੀ ਹੈ। ਤੇ ਲਾਇਬ੍ਰੇਰੀ ਦੇ ਵਿੱਚ ਜਦੋਂ ਸਪਲੀਮੈਂਟਰੀ ਹੈ, ਜਦੋਂ ਅਸੀਂ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨ ਲੱਗ ਜਾਂਦੇ ਹਾਂ, ਸਾਡੀ ਸੋਚਣੀ ਹੈ ਇੰਨੀ ਡੂੰਘਾਈ ਤੱਕ ਪਹੁੰਚ ਜਾਂਦੀ ਹੈ ਕਿ ਕਿਸੇ ਵੀ ਗੱਲ ਦੀ ਅਸੀਂ ਐਂਡ ਤੱਕ ਚਲੇ ਜਾਂਦੇ ਹਾਂ ਕਿ ਜੇ ਅਸੀਂ ਬੋਲਣ ਤੋਂ ਪਹਿਲਾਂ ਵੀ ਅਸੀਂ 100 ਵਾਰ ਸੋਚਦੇ ਹਾਂ ਕਿ ਜੇ ਇਹ ਬੋਲਿਆ ਤਾਂ ਇਹਦਾ ਸਾਈਡ ਇਫੈਕਟ ਕੀ ਹੋਏਗਾ ਜਾਂ ਜੇ ਅਸੀਂ ਇਹ ਕੰਮ ਕੀਤਾ ਤਾਂ ਇਹਦਾ ਸਾਈਡ ਇਫੈਕਟ ਕੀ ਹੋਏਗਾ। ਤਾਂ ਉਹ ਇੱਕ ਸਪਲੀਮੈਂਟ ਹੈ ਜਿਹੜਾ ਸਾਡੀ ਟੀਚਿੰਗ ਦਾ, ਕਿ ਇਹ ਸਾਨੂੰ ਕੀ ਹੈ ਸਾਡੀ ਟੀਚਿੰਗ ਦੇ ਵਿੱਚ ਜਿਹੜੀ ਟੀਚਿੰਗ ਤੋਂ ਇਲਾਵਾ ਜਿਹੜਾ ਸਾਡੇ ਕੋਲ ਐਕਸਟਰਾ ਟਾਈਮ ਹੁੰਦਾ ਜਾਂ ਐਕਸਟਰਾ ਮਟੀਰੀਅਲ ਪੜ੍ਹਨ ਵਾਸਤੇ ਹੁੰਦਾ ਉਹ ਸਾਨੂੰ ਲਾਇਬ੍ਰੇਰੀ ਤੋਂ ਹੀ ਮਿਲਦਾ ਹੈ। ਤਾਂ ਲਾਇਬ੍ਰੇਰੀ ਕੀ ਕਰਦੀ ਹੈ ਕਿ ਸਾਨੂੰ ਇੱਕ ਸਪਲੀਮੈਂਟ ਦੇ ਤੌਰ ਤੇ ਸਾਡੀ ਨੌਲੇਜ ਨੂੰ ਅਪਡੇਟ ਕਰਦੀ ਹੈ, ਸਾਡੇ ਰਿਸਰਚ ਵਰਕ ਦੇ ਵਿੱਚ ਹੈਲਪ ਕਰਦੀ ਹੈ, ਸਾਨੂੰ ਸੈਲਫ ਸਟੱਡੀ ਦੀ ਜਿਹੜੀ ਹੈ ਹੈਬਿਚੁਅਲਿਟੀ ਲਿਆਉਂਦੀ ਹੈ, ਸਾਡੀ ਰੀਡਿੰਗ ਹੈਬਿਟ ਹੈ ਜੋ ਉਹ ਇੰਪਰੂਵ ਕਰਦੀ ਹੈ, ਕੰਸੈਂਟਰੇਸ਼ਨ ਪਾਵਰ ਬਣਾਉਂਦੀ ਹੈ, ਸਿਟਿੰਗ ਪਾਵਰ ਬਣਾਉਂਦੀ ਹੈ। ਤੇ ਜੇ ਆਪਾਂ ਗੱਲ ਕਰੀਏ ਕਿ ਨੌਲੇਜ ਦਾ ਫੈਲਾਓ ਹੈ, ਪ੍ਰਸਾਰਾ ਹੈ, ਉਚਾਰਨ ਹੈ, ਤੇ ਇਸ ਨੂੰ ਇੱਕ ਚਾਨਣ ਕਾਰ ਦੇ ਤੌਰ ਤੇ ਵੀ ਅਸੀਂ ਕਹਿ ਸਕਦੇ ਹਾਂ। ਠੀਕ ਹੈ ਬੇਟਾ ਜੀ। ਤੇ ਜੇ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਤਾਂ ਇਸ ਦੇ ਹੋਰ ਵੀ ਜਿਹੜੇ ਕਈ ਪੁਆਇੰਟਸ ਨੇ ਡਿਸਕਸ ਕਰਨ ਵਾਲੇ, ਸਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਦੀ ਹੈ, ਸਾਡੇ ਕੈਰੀਅਰ ਨੂੰ ਅਡਾਪਟ ਕਰਨ ਦੀ ਸਾਡੀ ਹੈਲਪ ਕਰਦੀ ਹੈ। ਕਈ ਇਸ ਤਰ੍ਹਾਂ ਦੇ ਜਿਹੜੇ ਪੁਆਇੰਟਸ ਨੇ ਜਿਹੜੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਜਿਹੜੇ ਹੈ ਉਹ ਡਿਸਕਸ ਕਰਾਂਗੇ। ਅੱਜ ਦੇ ਲਈ ਸਿਰਫ ਇੰਨਾ ਹੀ, ਇਸ ਲੈਕਚਰ ਦੇ ਵਿੱਚ ਇੰਨਾ ਹੀ, ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਇਸ ਕੰਟੀਨਿਊਸ਼ਨ ਨੂੰ ਕੰਪਲੀਟ ਕਰਾਂਗੇ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।